ਖੁਸ਼ਵੰਤ ਸਿੰਘ ਦੀ ਪੁਸਤਕ ਸਿੱਖ ਇਤਿਹਾਸ ਭਾਗ ਪਹਿਲਾ ਦਾ ਭਾਗ 3 ਪੰਜਾਬ ਦਾ ਰਾਜਤੰਤਰ ਤੇ ਸਾਮਰਾਜ। ਕਾਂਡ 15 ਉੱਤਰੀ ਭਾਰਤ 'ਚੋਂ ਅਫਗਾਨ ਸ਼ਕਤੀ ਦਾ ਖਾਤਮਾ। 1813-14 ਵਿੱਚ ਕਸ਼ਮੀਰ ਦੀ ਦੂਸਰੀ ਮੁਹਿੰਮ। ਅਟਕ ਉੱਪਰ ਇੱਕ ਮਹੀਨਾ ਮਗਰੋਂ ਦਰਬਾਰ ਨੇ ਅਫਗਾਨਾਂ ਤੋਂ ਕਸ਼ਮੀਰ ਖੋਹ ਲੈਣ ਦਾ ਪੱਕਾ ਇਰਾਦਾ ਕਰ ਲਿਆ। ਜਿਸ ਸਮੇਂ ਤੱਕ ਯੋਜਨਾ ਸੰਪੂਰਨ ਹੋਈ ਉਸ ਸਮੇਂ ਪਤਝੜ ਸੀ ਤੇ ਬਰਫ਼ਬਾਰੀ ਪਹਿਲਾਂ ਸ਼ੁਰੂ ਹੋਣ ਕਾਰਨ ਫੌਜਾਂ ਦੇ ਜਾਣ ਵਿੱਚ ਰੁਕਾਵਟ ਪੈ ਗਈ। ਉਸ ਨਾਲ ਕੇਵਲ ਆਉਂਦੀ ਬਹਾਰ ਰੁੱਤ ਵਿੱਚ ਮੁਹਿੰਮ ਭੇਜਣ ਦੀ ਤਿਆਰੀ ਹੀ ਕੀਤੀ ਗਈ। ਜਿਉਂ ਹੀ ਬਰਫ਼ ਪਿਘਲਣੀ ਸ਼ੁਰੂ ਹੋਈ ਤਾਂ ਸੈਨਾ ਨੂੰ ਲਾਮਬੰਦ ਕੀਤਾ ਗਿਆ। ਜੂਨ ਦੇ ਸ਼ੁਰੂ ਵਿੱਚ ਹੀ ਲਗਭਗ 50,000 ਸੈਨਿਕਾਂ ਨੇ ਵਜ਼ੀਰਾਬਾਦ ਵਿੱਚ ਡੇਰਾ ਲਾ ਲਿਆ। ਮੋਹਕਮ ਚੰਦ ਦੀ ਬਿਮਾਰੀ ਕਾਰਨ ਉਸ ਦੀ ਗੈਰ ਹਾਜ਼ਰੀ ਵਿੱਚ ਮਹਾਰਾਜੇ ਵੱਲੋਂ ਸੈਨਾ ਦਾ ਇੱਕ ਵੱਡਾ ਭਾਗ 30,000 ਜਵਾਨ ਦੀਵਾਨ ਦੇ 20 ਸਾਲਾ ਪੋਤਰੇ ਰਾਮ ਦਿਆਲ ਨੂੰ ਸੌਂਪ ਦਿੱਤੇ ਗਏ। ਨੌਜਵਾਨ ਸੈਨਾਪਤੀ ਨਾਲ ਹਰੀ ਸਿੰਘ ਨਲਵਾ, ਮਿਤ ਸਿੰਘ ਪੜਾਣੀਆਂ, ਜੋਤ ਸਿੰਘ ਕਲਸੀਆ ਤੇ ਤੋਪਖਾਨੇ ਦਾ ਕਮਾਂਡਰ ਮੀਆਂ ਗੌਸਾ ਵਰਗੇ ਉੱਘੇ ਜਰਨੈਲਾਂ ਦੇ ਰਤਨ ਸਨ। ਇਹ ਫੌਜ ਬਾਰਾਮੂਲਾ ਤੇ ਸ਼ੌਂਪੀਆਂ ਵੱਲ ਅੱਗੇ ਵਧੀ। ਬਾਕੀ ਜ਼ਿਲ੍ਹਿਆਂ ਦੀ ਫੌਜ ਰਣਜੀਤ ਸਿੰਘ ਦੀ ਨਿੱਜੀ ਕਮਾਂਡ ਹੇਠ ਪੁੰਛ ਲਈ ਚੱਲ ਪਈ। ਇਹ ਸੰਨੀ ਰੂਪੀ ਮੁਹਿੰਮ ਜੁਲਾਈ ਦੇ ਦੂਸਰੇ ਹਫ਼ਤੇ ਵਿੱਚ ਸ਼ੁਰੂ ਹੋਈ। ਉਸ ਸਮੇਂ ਹੀ ਪਹਾੜਾਂ ਵਿੱਚ ਮੌਨਸੂਨ ਯਾਨੀ ਵਰਖਾ ਸ਼ੁਰੂ ਹੋ ਗਈ। ਮੂਸਲੇ ਧਾਰਮੀ ਨੇ ਮਹਾਰਾਜੇ ਨੂੰ ਰਜੌਰੀ ਵਿੱਚ ਹੀ ਰੋਕ ਲਿਆ। ਰਾਮ ਦਿਆਲ ਦੇ ਅਧੀਨ ਸੈਨਾ ਬੜੀ ਵੀਰਤਾ ਨਾਲ ਅੱਗੇ ਵਧਦੀ ਹੋਈ 20 ਜੁਲਾਈ 1814 ਨੂੰ ਬਹਿਰਾਮ ਗੋਲੇ ਦੇ ਕਿਲੇ 'ਤੇ ਕਬਜ਼ਾ ਕਰਨ ਵਿੱਚ ਸਫਲ ਹੋ ਗਈ ਤੇ ਤੰਗ ਦਰੇ ਰਾਹੀਂ ਲੰਘ ਕੇ ਆਦਮਪੁਰ ਹਰੀਪੁਰ ਹੁੰਦੀ ਹੋਈ ਸ਼ੌਂਪੀਆਂ ਵੱਲ ਵਧੀ। ਸ਼ੌਂਪੀਆਂ ਵਿੱਚ ਕਸ਼ਮੀਰ ਦੇ ਸੂਬੇਦਾਰ ਆਜ਼ਮ ਖਾਨ ਤੇ ਉਹਦੀ ਅਫਗਾਨ ਸੈਨਾ ਨੇ ਉਹਨਾਂ ਦਾ ਰਾਹ ਰੋਕ ਲਿਆ। ਭਾਰੀ ਵਰਖਾ ਵਿੱਚ ਲੜਾਈ ਸ਼ੁਰੂ ਹੋ ਗਈ, ਜਿਸ ਵਿੱਚ ਮੋਰਚੇ ਮੱਲੀ ਬੈਠੇ ਅਫਗਾਨਾਂ ਨੂੰ ਨਿਸ਼ਚਿਤ ਤੌਰ 'ਤੇ ਪੰਜਾਬੀਆਂ ਨਾਲੋਂ ਲੱਭ ਰਿਹਾ। ਰਾਮ ਦਿਆਲ ਰਸਤੇ ਵਿੱਚ ਆ ਰਹੀ ਸਹਾਇਤਾ ਦੀ ਉਡੀਕ ਵਿੱਚ ਲੜਾਈ ਨੂੰ ਲਮਕਾਉਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਘਾਤ ਲਾ ਕੇ ਬੈਠੇ ਅਫਗਾਨ ਨਿਸ਼ਾਨਚੀਆਂ ਨੇ ਆਰੀ ਕੁਮਕ ਨੂੰ ਸ਼ੌਂਪੀਆਂ ਤੋਂ ਦੂਰ ਹੀ ਰੁਕਣ ਲਈ ਮਜਬੂਰ ਕਰ ਦਿੱਤਾ। ਮਹਾਰਾਜੇ ਨੂੰ ਵੀ ਬਹੁਤੀ ਸਫਲਤਾ ਨਾ ਮਿਲੀ। ਪੁੰਛੀਆਂ ਨੇ ਆਪਣੀਆਂ ਖੜੀਆਂ ਫਸਲਾਂ ਨੂੰ ਅੱਗ ਲਾ ਦਿੱਤੀ ਤੇ ਆਪਣਾ ਮਾਲ ਅਸਬਾਬ ਤੇ ਪਸ਼ੂ ਡੰਗਰ ਆਸੇ-ਪਾਸੇ ਲੈ ਗਏ। ਰਾਸ਼ਨ ਤੇ ਖਾਦ ਸਮੱਗਰੀ ਦੀ ਸਮੱਸਿਆ ਗੰਭੀਰ ਹੋ ਗਈ ਤੇ ਭਾਰੀ ਵਰਖਾ ਨੇ ਤੇ ਪਿੱਛੋਂ ਹਮਲਾ ਕਰ ਰਹੇ ਪੁੰਛੀ ਗੁਰੀਲਿਆਂ ਨੇ ਪੰਜਾਬੀ ਹੌਸਲੇ ਨੂੰ ਹੋਰ ਢਾਹ ਲਈ। ਇਸ ਮਗਰੋਂ ਫੌਜ ਵਿੱਚ ਹੈਜ਼ਾ ਫੈਲ ਗਿਆ। ਹੈਜ਼ੇ ਦੀ ਭੇਟ ਚੜ੍ਹਨ ਵਾਲਿਆਂ ਵਿੱਚ ਮੀਆਂ ਗੌਸਾ ਵੀ ਸੀ, ਜੋ ਲਾਹੌਰ ਨੂੰ ਵਾਪਸ ਜਾਂਦਿਆਂ ਰਸਤੇ ਵਿੱਚ ਹੀ ਮਰ ਗਿਆ। ਅਫਗਾਨਾਂ ਨੇ ਹਮਲਾ ਕਰਕੇ ਮਹਾਰਾਜੇ ਨੂੰ ਪਹਾੜੀ ਇਲਾਕੇ 'ਚੋਂ ਬਾਹਰ ਕੱਢ ਦਿੱਤਾ। ਰਾਮ ਦਿਆਲ ਸ਼੍ਰੀਨਗਰ ਦੇ ਨਜ਼ਦੀਕ ਬੜੀ ਦ੍ਰਿੜਤਾ ਨਾਲ ਡਟਿਆ ਰਿਹਾ। ਅਜ਼ੀਮ ਖਾਨ ਹੀ ਚਾਹੁੰਦਾ ਸੀ ਕਿ ਪੰਜਾਬੀ ਉਹਦੀ ਰਾਜਧਾਨੀ ਦੇ ਇਤਨਾ ਨਜ਼ਦੀਕ ਡਟੇ ਰਹਿਣ। ਉਸਨੇ ਰਾਮ ਦਿਆਲ ਨੂੰ ਉੱਥੋਂ ਉਖਾੜਨ ਵਿੱਚ ਅਸਫਲ ਰਹਿਣ ਪਿੱਛੋਂ ਉਸ ਨਾਲ ਸਮਝੌਤਾ ਕਰਨ ਦੀ ਗੱਲਬਾਤ ਸ਼ੁਰੂ ਕਰ ਦਿੱਤੀ। ਤੋਹਫਿਆਂ ਦਾ ਆਦਾਨ ਪ੍ਰਦਾਨ ਕੀਤਾ ਗਿਆ। ਅਜ਼ੀਮ ਖਾਨ ਨੇ ਦਰਬਾਰ ਨਾਲ ਦੋਸਤੀ ਦਾ ਦਮ ਭਰਿਆ ਤੇ ਵਚਨ ਦਿੱਤਾ ਕਿ ਉਹ ਦਰਬਾਰ ਦੇ ਵੈਰੀਆਂ ਦਾ ਸਾਥ ਨਹੀਂ ਦੇਵੇਗਾ। ਰਾਮ ਦਿਆਲ ਨੇ ਆਪਣੇ ਆਪ ਨੂੰ ਕਸੂਤੀ ਸਥਿਤੀ ਵਿੱਚੋਂ ਕੱਢ ਲਿਆ ਤੇ ਉਹ ਪੰਜਾਬ ਮੁੜ ਆਇਆ। ਇਹ ਮੁਹਿੰਮ ਬੁਰੀ ਤਰ੍ਹਾਂ ਅਸਫਲ ਰਹੀ। 1815 ਦੀ ਪਤਝੜ ਰੁੱਤ ਤੱਕ ਦਰਬਾਰ ਨੇ ਕੋਈ ਵੱਡੀ ਮੁਹਿੰਮ ਸ਼ੁਰੂ ਨਾ ਕੀਤੀ। ਗੋਰਖਿਆਂ ਤੇ ਅੰਗਰੇਜ਼ਾਂ ਵਿਚਕਾਰ ਜੰਗ ਛਿੜ ਗਈ ਸੀ ਤੇ ਦਰਬਾਰ ਕਿਸੇ ਵੀ ਸੰਭਵ ਘਟਨਾ ਲਈ ਤਿਆਰ-ਬਰ ਤਿਆਰ ਰਹਿਣਾ ਚਾਹੁੰਦਾ ਸੀ। ਨੇਪਾਲ ਦਾ ਰਾਜਪੂਤ ਲਾਹੌਰ ਆਇਆ ਤੇ ਆਮ ਵਾਂਗੀ ਮਹਾਰਾਜੇ ਦੀ ਚਾਪਲੂਸੀ ਕਰਦਿਆਂ ਮਹਾਰਾਜੇ ਨੂੰ ਹਿੰਦੂਆਂ ਦਾ ਰੱਖਿਅਕ ਤੇ ਹਿੰਦੁਸਤਾਨ ਦੀ ਆਸਮੀਦ ਆਖਿਆ ਤੇ ਧਨ ਦੌਲਤ ਦੀ ਲਵਾਉਣੀ ਪੇਸ਼ਕਸ਼ ਕੀਤੀ। ਦਰਬਾਰ ਨੇ ਨੇਪਾਲੀਆਂ ਦਾ ਪ੍ਰਸਤਾਵ ਠੁਕਰਾ ਦਿੱਤਾ ਤੇ ਇਸ ਦੀ ਥਾਂ 'ਤੇ ਕੰਪਨੀ ਨੂੰ ਸਹਾਇਤਾ ਦੀ ਪੇਸ਼ਕਸ਼ ਕੀਤੀ। ਜੰਗ ਦਾ ਰੁਖ ਪਹਿਲਾਂ ਹੀ ਅੰਗਰੇਜ਼ਾਂ ਦੇ ਹੱਕ ਵਿੱਚ ਹੋ ਗਿਆ ਸੀ। ਗਵਰਨਰ ਜਨਰਲ ਨੇ ਦਰਬਾਰ ਪ੍ਰਤੀ ਧੰਨਵਾਦ ਪ੍ਰਗਟ ਕੀਤਾ, ਪਰ ਸਹਾਇਤਾ ਦੀ ਪੇਸ਼ਕਸ਼ ਪ੍ਰਵਾਨ ਨਾ ਕੀਤੀ। ਗੋਰਖਿਆਂ ਤੇ ਅੰਗਰੇਜ਼ਾਂ ਦੇ ਯੁੱਧ ਨੂੰ ਲਾਹੌਰ ਵਿੱਚ ਬੜੀ ਦਿਲਚਸਪੀ ਨਾਲ ਵੇਖਿਆ ਜਾ ਰਿਹਾ ਸੀ। ਜਦੋਂ ਨੇਪਾਲੀਆਂ ਨੂੰ ਹਾਰ ਹੋਈ ਤਾਂ ਦਰਬਾਰ ਨੇ ਬਰਖਾਸਤ ਕੀਤੇ ਗੋਰਖਿਆਂ ਨੂੰ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ। ਕਸ਼ਮੀਰ ਦੀ ਮੁਹਿੰਮ ਨੇ ਪਹਾੜੀ ਯੁੱਧ ਲਈ ਪਹਾੜੀਆਂ ਦੀ ਮਹੱਤਤਾ ਤੇ ਜ਼ਰੂਰਤ ਸਿੱਧ ਕਰ ਦਿੱਤੀ ਸੀ। ਸੈਨਾ ਦਾ ਪ੍ਰਬੰਧ, ਭੰਡਾਰ ਤੇ ਸਾਜ਼ੋ ਸਮਾਨ ਦੀ ਖਰੀਦ, ਤਨਖਾਹਾਂ ਦੀ ਅਦਾਇਗੀ ਦਾ ਬਾਕਾਇਦਗੀ ਨਾਲ ਕੰਮ ਉਸ ਸਮੇਂ ਦੇ ਕਸ਼ਮੀਰੀ ਬ੍ਰਾਹਮਣਾਂ ਗੰਗਾਰਾਮ ਤੇ ਦੀਨਾਨਾਥ ਦੇ ਸਪੁਰਦ ਕਰ ਦਿੱਤਾ ਗਿਆ। ਨਵੀਆਂ ਗੋਰਖਾ ਪਲਟਨਾਂ ਨੂੰ ਦੁਸਹਿਰੇ ਦੇ ਮੌਕੇ ਫੌਜਾਂ ਦੀ ਗਿਣਤੀ ਪਿੱਛੋਂ ਮੁਹਿੰਮਾਂ ਲਈ ਵਰਤਿਆ ਗਿਆ। ਮਹਾਰਾਜੇ ਨੇ ਆਪ ਨਿੱਜੀ ਤੌਰ 'ਤੇ ਉਸ ਕਾਰਵਾਈ ਦੀ ਅਗਵਾਈ ਕੀਤੀ ਜਿਸ ਅਧੀਨ ਭਿੰਬਰ, ਰਜੌਰੀ ਤੇ ਕੋਟਲਾ ਉੱਪਰ ਦੁਬਾਰਾ ਕਬਜ਼ਾ ਕੀਤਾ ਗਿਆ। ਮਗਰੋਂ ਉਸ ਸਿਆਲ ਵਿੱਚ ਹੀ ਦਰਬਾਰ ਦੀਆਂ ਸੈਨਾਵਾਂ ਨੇ ਨੂਰਪੁਰ, ਜਸਵਾਂ ਤੇ ਕਾਂਗੜਾ ਘਾਟੀ ਦੀਆਂ ਪਹਾੜੀ ਰਿਆਸਤਾਂ ਉੱਪਰ ਮੁੜ ਕਬਜ਼ਾ ਕੀਤਾ। ਇਹ ਮੁਹਿੰਮ ਕਸ਼ਮੀਰ ਉੱਪਰ ਕਬਜ਼ਾ ਕਰਨ ਦੇ ਇੱਕ ਹੋਰ ਯਤਨ ਦਾ ਸੰਕੇਤ ਸੀ। ਪਰ ਜਦੋਂ ਬਰਫ਼ ਪਿਘਲੀ ਤਾਂ ਫੌਜ ਨੂੰ ਦੱਖਣ ਵਾਲੇ ਪਾਸੇ ਮੁਲਤਾਨ ਵੱਲ ਜਾਣ ਦਾ ਹੁਕਮ ਦੇ ਦਿੱਤਾ ਗਿਆ। ਦੱਖਣ ਦੀਆਂ ਮੁਸਲਮਾਨ ਰਿਆਸਤਾਂ ਉੱਪਰ ਫੌਜੀ ਹਮਲੇ ਲਈ ਕਿਸੇ ਬਹਾਨੇ ਦੀ ਜ਼ਰੂਰਤ ਨਹੀਂ ਸੀ। ਉਹਨਾਂ ਨੇ ਆਪਣਾ ਖਰਾਜ ਸਮੇਂ ਸਿਰ ਅਦਾ ਨਹੀਂ ਕੀਤਾ ਸੀ ਤੇ ਸਦਾ ਹੀ ਇਹ ਬਹਾਨਾ ਬਣਾਉਂਦੇ ਰਹਿੰਦੇ ਸਨ ਕਿ ਅਫਗਾਨ ਵੀ ਉਹਨਾਂ ਦੇ ਮਾਲਕ ਹੋਣ ਦਾ ਦਾਅਵਾ ਕਰਦੇ ਸਨ। ਜਦੋਂ ਦੇ ਪੰਜਾਬੀਆਂ ਤੇ ਅਫਗਾਨਾਂ ਦੇ ਸਬੰਧ ਖੁੱਲ੍ਹਮ ਖੁੱਲ੍ਹੇ ਵੈਰੀਆਂ ਵਾਲੇ ਹੋ ਗਏ ਸਨ, ਅਫਗਾਨ ਮੁਲਕ ਉੱਪਰ ਮੁੜ ਅਧਿਕਾਰ ਕਰਨ ਦੀਆਂ ਗੱਲਾਂ ਕਰਦੇ ਰਹਿੰਦੇ ਸਨ।
ਦਰਬਾਰ ਦੀਆਂ ਫੌਜਾਂ ਦਾ ਨਵਾਂ ਸੈਨਾਪਤੀ ਮੇਸਰ ਦੀਵਾਨ ਚੰਦ ਸੀ, ਜੋ ਬੜੀ ਜਲਦੀ ਹੀ ਮਹਾਰਾਜੇ ਦੀਆਂ ਨਜ਼ਰਾਂ ਵਿੱਚ ਚੰਗਾ ਸਥਾਨ ਪ੍ਰਾਪਤ ਕਰ ਗਿਆ ਸੀ। ਦੀਵਾਨ ਚੰਦ ਦਾ ਪਹਿਲਾ ਨਿਸ਼ਾਨਾ ਬਹਾਵਲਪੁਰ ਸੀ। ਨਵਾਬ ਨੇ 80,000 ਰੁਪਏ ਨਗਦ ਤੇ 70,000 ਰੁਪਏ ਸਾਲਾਨਾ ਕਰ ਅਦਾ ਕਰਨ ਦੇ ਇਕਰਾਰ ਨਾਲ ਅਧੀਨਗੀ ਸਵੀਕਾਰ ਕਰ ਲਈ। ਮੁਲਤਾਨ ਦਾ ਹਾਕਮ ਮੁਜ਼ੱਫਰ ਖਾਂ ਅੜਿਆ ਹੋਇਆ ਸੀ। ਉਸ ਦੇ ਕੁਝ ਕਿਲਿਆਂ ਤੇ ਅਧਿਕਾਰ ਕਰ ਲਿਆ ਗਿਆ ਤੇ ਫੂਲਾ ਸਿੰਘ ਨਿਹੰਗ ਨੇ ਮੁਲਤਾਨ ਨੂੰ ਲੁੱਟ ਲਿਆ। ਉਸ ਮਗਰੋਂ ਨਵਾਬ ਨੇ ਬਕਾਏ ਦੀ ਅਦਾਇਗੀ ਕਰ ਦਿੱਤੀ। ਮਨਕੇਰਾ ਦੇ ਮੁਖੀ ਨਾਲ ਵੀ ਉਹ ਜੁਗਤ ਵਰਤਣੀ ਪਈ। ਚੰਗ ਦਾ ਨਵਾਬ, ਜਿਸ ਜਿਵੇਂ 3 ਸਾਲ ਤੋਂ ਕਰ ਦਾ ਬਕਾਇਆ ਸੀ, ਉਸ ਨੂੰ ਜਗੀਰ ਦੇ ਦਿੱਤੀ ਗਈ ਤੇ ਉਸ ਦੀ 4 ਲੱਖ ਸਾਲਾਨਾ ਦੀ ਮਿਲਕ ਲਾਹੌਰ ਦਰਬਾਰ ਵੀ ਸ਼ਾਮਲ ਕਰ ਲਈ ਗਈ। ਇਸ ਤਰ੍ਹਾਂ ਹੀ ਉੱਚ ਦੇ ਜ਼ਿਲ੍ਹੇ ਉੱਪਰ ਅਧਿਕਾਰ ਕਰ ਲਿਆ ਗਿਆ। ਉਸ ਸਮੇਂ ਹੀ ਰਾਮਗੜੀਆ ਮਿਸਲਦਾਰ ਦੀ ਮੌਤ ਮਗਰੋਂ ਮਿਸਲ ਦੇ ਇਲਾਕੇ, ਜਿਨ੍ਹਾਂ ਦਾ ਸਾਲਾਨਾ ਮਾਮਲਾ 4 ਲੱਖ ਰੁਪਏ ਸੀ ਤੇ ਜਿਸ ਵਿੱਚ ਕਾਦੀਆਂ ਤੇ ਹਰਗੋਬਿੰਦਪੁਰ ਦੇ ਉੱਗੇ ਸ਼ਹਿਰਾਂ ਤੋਂ ਬਿਨਾਂ ਕਈ ਸ਼ਕਤੀਸ਼ਾਲੀ ਕਿਲੇ ਸ਼ਾਮਲ ਸਨ, ਦਰਬਾਰ ਵਿੱਚ ਮਿਲਾ ਲਏ ਗਏ ਤੇ ਰਾਮਗੜੀਆ ਮਿਸਲਾਂ ਦੀਆਂ ਫੌਜਾਂ ਨੂੰ ਦਰਬਾਰ ਦੀ ਫੌਜ ਵਿੱਚ ਸ਼ਾਮਲ ਕਰ ਲਿਆ ਗਿਆ। ਨਵਾਬ ਮੁਜ਼ੱਫਰ ਖਾਂ ਸਿੱਖਾਂ ਦੀਆਂ ਵੱਡੇ ਪੈਮਾਨੇ ਦੀਆਂ ਤਿਆਰੀਆਂ ਤੋਂ ਬੇਖਬਰ ਨਹੀਂ ਸੀ ਤੇ ਉਸਨੇ ਅਨੁਮਾਨ ਲਾ ਲਿਆ ਕਿ ਇਸ ਵਾਰ ਉਹ ਪੈਸਿਆਂ ਦੀ ਅਦਾਇਗੀ ਨਾਲ ਦਰਬਾਰ ਨੂੰ ਟਾਲ ਨਹੀਂ ਸਕੇਗਾ। ਇੱਕ ਵਾਰ ਫਿਰ ਉਸਨੇ ਮੁਸਲਮਾਨ ਕਿਸਾਨਾਂ ਨੂੰ ਕਾਫਰਾਂ ਵਿਰੁੱਧ ਜਹਾਦ ਵਾਸਤੇ ਭੜਕਾਇਆ ਤੇ ਸ਼ਹਿਰ ਦੇ ਕਿਲੇ ਦੇ ਲੰਬੇ ਘੇਰੇ ਦੀ ਤਿਆਰੀ ਕਰ ਲਈ। ਉਸਨੇ ਪੇਂਡੂ ਖੇਤਰਾਂ ਸ਼ਹਿਰ ਦੇ ਕਿਲੇ ਦੀ ਤੀਰੀ ਰੱਖਿਆ ਪੰਕਤੀ ਲਈ ਪੂਰੀ ਤਰ੍ਹਾਂ ਤਿਆਰੀ ਦੀ ਵਿਉਂਤ ਬਣਾਈ। ਪਹਿਲੀ ਲੜਾਈ ਤਾਂ ਖੁੱਲ੍ਹੇ ਮੈਦਾਨ ਵਿੱਚ ਹੋਈ, ਜਿੱਥੇ ਉਸਨੇ ਆਪਣੇ ਗਾਜ਼ੀਆਂ ਨੂੰ ਤਲਵਾਰਾਂ ਤੇ ਨੇਜ਼ਿਆਂ ਨਾਲ ਲੈਸ ਕਰਕੇ ਤੋਪਾਂ ਤੇ ਬੰਦੂਕਾਂ ਨਾਲ ਲੈਸ ਅਨੁਸ਼ਾਸਿਤ ਸੈਨਾ ਦੇ ਟਾਕਰੇ ਤੇ ਸ਼ਹੀਦੀਆਂ ਪ੍ਰਾਪਤ ਕਰਨ ਲਈ ਮੈਦਾਨ ਵਿੱਚ ਉਤਾਰ ਦਿੱਤਾ। ਇਹ ਲੜਾਈ ਇੱਕ ਦਿਨ ਚੱਲੀ ਤੇ ਮੁਜ਼ੱਫਰ ਖਾਂ ਆਪਣੀ ਬਚੀ ਖੁਚੀ ਫੌਜ ਲੈ ਕੇ ਸ਼ਹਿਰ ਦੀ 4 ਦੀਵਾਰੀ ਅੰਦਰ ਚਲਾ ਗਿਆ। ਦੂਸਰਾ ਦੌਰ ਉਦੋਂ ਸ਼ੁਰੂ ਹੋਇਆ ਜਦੋਂ ਲਾਹੌਰ ਦੀਆਂ ਫੌਜਾਂ ਨੇ ਸ਼ਹਿਰ ਨੂੰ ਘੇਰਾ ਪਾ ਕੇ ਇਸ ਦੀ 4 ਦੀਵਾਰੀ ਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਰਖਵਾਲਿਆਂ ਨੇ ਉਹਨਾਂ ਨੂੰ ਕਈ ਹਫ਼ਤੇ ਦੂਰ ਹੀ ਰੱਖਿਆ ਤੇ ਸ਼ਹਿਰ ਵਿੱਚ ਵੜ ਨਾ ਦਿੱਤਾ। ਜਦੋਂ ਸ਼ਹਿਰ ਦੀਆਂ ਦੀਵਾਰਾਂ ਡਿੱਗਣ ਲੱਗੀਆਂ ਤਾਂ ਰਾਖੇ ਤੀਸਰੀ ਤੇ ਆਖਰੀ ਦੌਰ ਦੀ ਲੜਾਈ ਲੜਨ ਲਈ ਕਿਲੇ ਦੇ ਅੰਦਰ ਵੜ ਗਏ। ਨਵਾਬ ਮੁਜ਼ੱਫਰ ਖਾਂ ਸਿੱਖਾਂ ਦੀਆਂ ਵੱਡੇ ਪੈਮਾਨੇ ਦੀਆਂ ਤਿਆਰੀਆਂ ਤੋਂ ਬੇਖਬਰ ਨਹੀਂ ਸੀ ਤੇ ਉਸਨੇ ਅਨੁਮਾਨ ਲਾ ਲਿਆ ਕਿ ਇਸ ਵਾਰ ਉਹ ਪੈਸਿਆਂ ਦੀ ਅਦਾਇਗੀ ਨਾਲ ਦਰਬਾਰ ਨੂੰ ਟਾਲ ਨਹੀਂ ਸਕੇਗਾ। ਕਿਲੇ ਉਦਾਲੇ ਵੱਡੀ ਡੂੰਘੀ ਖਾਈ ਸੀ। ਭਾਵੇਂ ਸਾਲ ਦੇ ਉਸ ਸਮੇਂ ਮਾਰਚ ਦੇ ਮਹੀਨੇ ਖਾਈ ਵਿੱਚ ਪਾਣੀ ਨਹੀਂ ਭਰਿਆ ਹੋਇਆ ਸੀ, ਤਾਂ ਵੀ ਇਹ ਇਤਨੀ ਚੌੜੀ ਸੀ ਕਿ ਤੋਪਾਂ ਕਿਲੇ ਦੀ ਦੀਵਾਰ ਦਾ ਕੁਝ ਨੁਕਸਾਨ ਨਹੀਂ ਕਰ ਸਕਦੀਆਂ ਸਨ ਤੇ ਡੂੰਘੀ ਇਤਨੀ ਸੀ ਕਿ ਇਸ ਨਾਲ ਸੁਰੰਗਾਂ ਵਿਛਾਉਣ ਵਾਲਿਆਂ ਦਾ ਕਾਰਜ ਵੀ ਜ਼ੋਖਮ ਭਰਿਆ ਹੋ ਗਿਆ ਸੀ। ਪੂਰਾ 1 ਮਹੀਨਾ ਇਲਾਹੀ ਬਖਸ਼ ਦਾ ਤੋਪਖਾਨਾ ਵਿਸ਼ਾਲ ਕੰਧਾਂ ਤੇ ਗੋਲੇ ਭਰਾਉਂਦਾ ਰਿਹਾ, ਪਰ ਕੋਈ ਨੁਕਸਾਨ ਨਾ ਪਹੁੰਚਾ ਸਕਿਆ। ਮਾਰਚ ਦੀ ਥਾਂ ਅਪ੍ਰੈਲ ਚੜ੍ਹ ਗਿਆ ਤੇ ਗਰਮੀ ਸਹਿਣੀ ਔਖੀ ਹੋ ਗਈ। ਵਰਖਾ ਰੁੱਤ ਵੀ ਬਹੁਤੀ ਦੂਰ ਨਹੀਂ ਸੀ। ਜੇ ਕਿਲੇ ਤੇ ਖਾਈ ਦੇ ਪਾਣੀ ਨਾਲ ਭਰੇ ਜਾਣ ਤੋਂ ਪਹਿਲਾਂ ਅਧਿਕਾਰ ਨਾ ਕੀਤਾ ਗਿਆ ਤਾਂ ਇਸ ਤੇ ਕਦੇ ਵੀ ਜਿੱਤ ਪ੍ਰਾਪਤ ਨਹੀਂ ਕੀਤੀ ਜਾ ਸਕੇਗੀ। ਅਪ੍ਰੈਲ ਵਿੱਚ ਜ਼ਮਜ਼ਮਾ ਤੋਪ ਵੀ ਪਹੁੰਚ ਗਈ। ਇਸ ਵਾਰ ਇਹ ਵਧੇਰੇ ਉਪਯੋਗੀ ਸਿੱਧ ਹੋਈ। ਹਰ ਨਿਸ਼ਾਨੇ ਨਾਲ ਇਸ ਵਿੱਚ ਸਖਤ ਧਾਤ ਦੇ 80 ਗੋਲੇ ਨਿਕਲਦੇ ਤੇ ਕੰਧਾਂ ਨੂੰ ਵੱਜ ਕੇ ਮੰਗੋਰੇ ਕਰ ਦਿੰਦੇ। ਜਦੋਂ ਰਾਖਿਆਂ ਦੀ ਸਾਰੀ ਸ਼ਕਤੀ ਨੁਕਸਾਨ ਨੂੰ ਰੋਕਣ ਤੇ ਲੱਗੀ ਹੋਈ ਸੀ ਤਾਂ ਨਿਹੰਗਾਂ ਦੀ ਇੱਕ ਟੋਲੀ ਨੇ ਹਨੇਰੇ ਦਾ ਲਾਭ ਲੈ ਕੇ ਕੰਧ ਦੇ ਇੱਕ ਪਾਸੇ ਖਾਈ ਵਿੱਚ ਸੁਰੰਗ ਵਿਛਾਉਣ ਵਿੱਚ ਸਫਲਤਾ ਹਾਸਲ ਕਰ ਲਈ। ਅਗਲੀ ਸਵੇਰ ਕੰਧ ਦਾ ਇੱਕ ਹਿੱਸਾ ਬਰੂਦ ਨਾਲ ਉਡਾ ਦਿੱਤਾ ਗਿਆ। ਨਵਾਬ ਦਾ ਹਥਿਆਰ ਸੁੱਟਣ ਲਈ ਤਿਆਰ ਸੀ, ਪਰੰਤੂ ਆਪਣੇ ਸੰਬੰਧੀਆਂ ਤੇ ਸਰਦਾਰਾਂ ਦੇ ਫਿੱਟ ਕਾਰਨ ਤੋਂ ਅਧੀਨਗੀ ਪ੍ਰਵਾਨ ਕਰਨ ਦੀਆਂ ਸ਼ਰਤਾਂ ਤੋਂ ਮੁੱਕਰ ਗਿਆ। ਜੰਗ ਫਿਰ ਸ਼ੁਰੂ ਹੋ ਗਈ। ਨਿਹੰਗ ਮੁਖੀ ਸਾਧੂ ਸਿੰਘ ਨੇ ਆਪਣੇ ਦਲ ਨਾਲ ਸਿਰ ਧੜ ਦੀ ਬਾਜ਼ੀ ਲਾ ਕੇ ਨਿਤੜਕਤਾ ਨਾਲ ਇੱਕ ਪਾੜ ਵਿੱਚੋਂ ਦੀ ਲੰਘ ਕੇ ਰਾਖਿਆਂ ਨੂੰ ਜਾ ਘੇਰਿਆ। ਮੁਜ਼ੱਫਰ ਖਾਂ, ਉਸ ਦੇ 2 ਲੜਕੇ ਤੇ ਇੱਕ ਭਤੀਜਾ ਲੜਦੇ ਹੋਏ ਮਾਰੇ ਗਏ ਤੇ ਉਸ ਦੇ 2 ਛੋਟੇ ਲੜਕਿਆਂ ਨੂੰ ਬੰਦੀ ਬਣਾ ਲਿਆ ਗਿਆ। ਮੁਲਤਾਨ ਦਾ ਕਿਲਾ 2 ਜੂਨ 1818 ਨੂੰ ਅਧੀਨ ਹੋ ਗਿਆ। ਛੇਤੀ ਹੀ ਮਗਰੋਂ ਸੁਜ਼ਾਬਾਦ ਦਾ ਕਿਲਾ ਵੀ ਜਿੱਤ ਲਿਆ ਗਿਆ। ਵਿਜੇਤਾ ਮਿਸਰ ਦੀਵਾਨ ਚੰਦ ਨੂੰ ਜ਼ਫਰ ਜੰਗ ਦੀ ਉਪਾਧੀ ਨਾਲ ਸੁਸ਼ੋਭਿਤ ਕੀਤਾ ਗਿਆ। ਮੁਲਤਾਨ ਉੱਪਰ ਜਿੱਤ ਨਾਲ ਪੰਜਾਬ ਵਿੱਚੋਂ ਅਫਗਾਨਾਂ ਦਾ ਪ੍ਰਭਾਵ ਖਤਮ ਹੋ ਗਿਆ। ਇਸ ਨਾਲ ਦੱਖਣ ਵਿੱਚ ਮੁਸਲਮਾਨ ਰਿਆਸਤਾਂ ਦੀ ਮਜ਼ਬੂਤ ਪੰਕਤੀ ਟੁੱਟ ਗਈ। ਇਸ ਮਗਰੋਂ ਬਹਾਵਲਪੁਰ, ਡੇਰਾ ਗਾਜ਼ੀ ਖਾਂ, ਡੇਰਾ ਇਸਮਾਈਲ ਖਾਂ ਤੇ ਮਾਨਕੇਰਾ ਦੇ ਹਾਕਮਾਂ ਨੂੰ ਵੀ ਲਾਹੌਰ ਦਰਬਾਰ ਨੇ ਆਪਣੇ ਅਧੀਨ ਕਰ ਲਿਆ। ਇਸ ਨਾਲ ਸਿੰਧ ਵੱਲ ਵਧਣ ਦਾ ਰਸਤਾ ਖੁੱਲ੍ਹ ਗਿਆ। ਇਹਨਾਂ ਸਭ ਫੌਜੀ ਤੇ ਸਿਆਸੀ ਲਾਭਾਂ ਦੇ ਨਾਲ ਮੁਲਤਾਨ ਇੱਕ ਵੱਡੀ ਆਰਥਿਕ ਪ੍ਰਾਪਤੀ ਸੀ। ਇਸ ਤੋਂ ਸਾਲਾਨਾ 7 ਲੱਖ ਦੀ ਆਮਦਨ ਮਿਲਣ ਲੱਗੀ। ਦਰਬਾਰ ਵਿੱਚ 1818 ਈਸਵੀ ਵਿੱਚ ਜਿਹੜੀ ਮਹੱਤਵਪੂਰਨ ਤਬਦੀਲੀ ਆਈ, ਉਹ ਜਮਾਦਾਰ ਖੁਸ਼ਹਾਲ ਸਿੰਘ ਦੀ ਥਾਂ ਡੋਗਰਾ ਧਿਆਨ ਸਿੰਘ ਦੀ ਡਿਊੜੀਦਾਰ ਵਜੋਂ ਨਿਯੁਕਤੀ ਸੀ। ਨਵਾਂ ਅਹੁਦੇਦਾਰ ਸਨਿਮਰ ਤੇ ਨਿਰਦੋਸ਼ ਸ਼ਿਸ਼ਟਾਚਾਰ ਦਾ ਮਾਲਕ ਸੀ। ਉਹ ਦਰਬਾਰ ਵਿੱਚ ਆਪਣੇ 2 ਭਰਾ ਵੀ ਲੈ ਆਇਆ। ਵੱਡਾ ਗੁਲਾਬ ਸਿੰਘ ਬੇਅਸੂਲਾ ਤੇ ਅਬਿਲਾਖੀ ਸੀ। ਛੋਟਾ ਸੁਚੇਤ ਸਿੰਘ ਆਪਣੇ ਜਮਾਂਦਰੂ ਸ਼ਿਸ਼ਟਾਚਾਰੀ ਸੁਭਾਅ ਦੇ ਨਾਲ ਬਹੁਤ ਸੋਹਣਾ ਸੀ। ਉਹਦੀ ਨਿਯੁਕਤੀ ਮਹਾਰਾਜੇ ਕੋਲ ਬਿਨੇ ਪੱਤਰ ਪੇਸ਼ ਕਰਨ ਦੀ ਲਗਾਈ ਗਈ ਸੀ। ਇਸ ਤਰ੍ਹਾਂ ਹੀ ਧਿਆਨ ਸਿੰਘ ਦਾ ਲੜਕਾ ਹੀਰਾ ਸਿੰਘ ਸੀ, ਜੋ ਛੇਤੀ ਮਹਾਰਾਜੇ ਦਾ ਲਾਡਲਾ ਤੇ ਚਹੇਤਾ ਬਣ ਗਿਆ। ਡੋਗਰਿਆਂ ਦਾ ਪ੍ਰਭਾਵ ਹੌਲੀ-ਹੌਲੀ ਵੱਧਦਾ ਗਿਆ ਤੇ ਆਖਰ ਉਹ ਪੰਜਾਬ ਦਰਬਾਰ ਦਾ ਸ਼ਕਤੀਸ਼ਾਲੀ ਤੇ ਪ੍ਰਮੁੱਖ ਭਾਗ ਬਣ ਗਏ। ਸਿੰਧ ਦਰਿਆ ਤੋਂ ਪਾਰ ਪੇਸ਼ਾਵਰ ਵੱਲ। ਅਗਸਤ 1818 ਵਿੱਚ ਸ਼ਹਿਜ਼ਾਦਾ ਕਾਮਰਾਨ ਨੇ ਵਜ਼ੀਰ ਫਤਿਹ ਖਾਂ ਬਾਰਕਜ਼ਈ ਨੂੰ ਕਤਲ ਕਰ ਦਿੱਤਾ, ਜਿਸ ਦੇ ਪਿਤਾ ਸ਼ਾਹ ਮਹਿਮੂਦ ਨੂੰ ਕਈ ਸਾਲਾਂ ਤੋਂ ਵਜ਼ੀਰ ਨੇ ਕਾਬਲ ਦੇ ਤਖਤ ਤੇ ਬਿਠਾਇਆ ਹੋਇਆ ਸੀ।
ਵਜ਼ੀਰ ਦੇ ਅਨੇਕਾਂ ਭਰਾ ਬਦਲੇ ਦੀ ਭਾਵਨਾ ਨਾਲ ਮੈਦਾਨ ਵਿੱਚ ਆ ਗਏ ਤੇ ਅਫਗਾਨਿਸਤਾਨ ਗ੍ਰਹਿ ਯੁੱਧ ਵਿੱਚ ਉਲਝ ਗਿਆ। ਇਸ ਝਗੜੇ ਦੀ ਸਿਖਰ ਦੇ ਸਮੇਂ ਮਰਹੂਮ ਵਜ਼ੀਰ ਫਤਿਹ ਖਾਨ ਦੇ ਬਾਰਕਜ਼ਈ ਰਿਸ਼ਤੇਦਾਰਾਂ ਤੇ ਮਹਿਮੂਦ ਦੀ ਸਦੋਜ਼ਈ ਸ਼ਾਖਾ ਦੇ ਅਫਗਾਨਾਂ ਨੇ ਪੰਜਾਬ ਨਾਲ ਲੱਗਦੀ ਸਰਹੱਦ ਤੇ ਦੱਖਣ ਪੂਰਬ ਦੀਆਂ ਰੱਖਿਆ ਚੌਕੀਆਂ ਵੱਲ ਬਹੁਤਾ ਧਿਆਨ ਨਾ ਦਿੱਤਾ ਤੇ ਉਹਨਾਂ ਦੀ ਸੁਰੱਖਿਆ ਢਿੱਲੀ ਹੋ ਗਈ। ਅਟਕ ਨੂੰ ਵਧੇਰੇ ਸੁਰੱਖਿਅਤ ਕਰਨ ਲਈ ਇਹ ਸੁਨਹਿਰੀ ਮੌਕਾ ਸੀ ਜੋ ਕਿ ਵੈਰੀ ਕਬਾਇਲੀਆਂ ਵਿੱਚ ਇੱਕ ਟਾਪੂ ਵਾਂਗ ਘਿਰਿਆ ਹੋਇਆ ਸੀ ਤੇ ਇਹ ਤਾਂ ਹੀ ਸੰਭਵ ਸੀ ਜੇ ਸੀਮਾ ਨੂੰ ਉੱਤਰ ਵਿੱਚ ਪੇਸ਼ਾਵਰ ਵੱਲ ਤੇ ਜੇ ਸੰਭਵ ਹੋਵੇ ਖੈਬਰ ਦੇ ਦਰੇ ਤੱਕ ਵਧਾਇਆ ਜਾ ਸਕੇ। ਅਕਤੂਬਰ 1818 ਵਿੱਚ ਮਹਾਰਾਜੇ ਨੇ ਆਪਣੀ ਸੈਨਾ ਦੀ ਅਗਵਾਈ ਉੱਤਰ ਪੱਛਮ ਵੱਲ ਜਾਣ ਲਈ ਕੀਤੀ। ਉਹਦੇ ਨਾਲ ਜੋ ਜਰਨੈਲ ਗਏ ਉਹ ਉਸ ਇਲਾਕੇ ਅਤੇ ਉੱਥੋਂ ਦੇ ਲੋਕਾਂ ਦੇ ਚੰਗੇ ਭੇਤੀ ਸਨ ਤੇ ਉਹਨਾਂ ਦੇ ਨਾਮ ਵੀ ਕਬਾਇਲੀਆਂ ਲਈ ਹਊਆ ਬਣਦੇ ਜਾ ਰਹੇ ਸਨ ਤੇ ਉਹ ਸਨ ਹਰੀ ਸਿੰਘ ਨਲਵਾ ਤੇ ਨਿਹੰਗ ਫੂਲਾ ਸਿੰਘ। ਫੌਜ ਰੋਹਤਾਸ, ਰਾਵਲਪਿੰਡੀ ਤੇ ਹਸਨ ਅਬਦਾਲ ਚੋਂ ਲੰਘਦੀ ਹੋਈ ਹਜ਼ਾਰਾ ਦੇ ਮੈਦਾਨਾਂ ਵਿੱਚ ਜਾ ਪਹੁੰਚੀ। ਹਜ਼ਾਰਾ ਵਿੱਚ ਖਟਕ ਕਬਾਇਲੀਆਂ ਨੇ ਅਟਕ ਪਾਰ ਕਰਨ ਵਾਲੇ ਜਾਸੂਸੀ ਦਸਤੇ ਤੇ ਘਾਤ ਲਾ ਕੇ ਹਮਲਾ ਕਰ ਦਿੱਤਾ ਤੇ ਸਭ ਨੂੰ ਹੀ ਮਾਰ ਦਿੱਤਾ। ਇਹ ਇਲਾਕਾ ਦਰਬਾਰ ਦੇ ਅਧੀਨ ਸੀ ਤੇ ਖਟਕ ਲਾਹੌਰ ਦਰਬਾਰ ਨੂੰ ਖਰਾਜ ਅਦਾ ਕਰਦੇ ਸਨ। ਘਾਤ ਲਾ ਕੇ ਹਮਲਾ ਲੜਾਈ ਨਹੀਂ ਸੀ, ਸਗੋਂ ਇਹ ਤਾਂ ਵਿਸ਼ਵਾਸਘਾਤੀ ਬਗਾਵਤ ਸੀ। ਇਸ ਘਟਨਾ ਦੀ ਖਬਰ ਨੇ ਕਦੇ-ਕਦਾਈ ਗੁੱਸੇ ਵਿੱਚ ਆਉਣ ਵਾਲੇ ਮਹਾਰਾਜੇ ਨੂੰ ਕ੍ਰੋਧ ਤੇ ਗੁੱਸਾ ਬਹੁਤ ਭੜਕਾ ਦਿੱਤਾ। ਉਸਨੇ ਆਪਣੀ ਤਲਵਾਰ ਮਿਆਨ ਚੋਂ ਕੱਢੀ ਤੇ ਮੋਹਰਾਂ ਦਾ ਭਰਿਆ ਥਾਲ ਦਰਿਆ ਅਟਕ ਦੀ ਭੇਟਾ ਕਰਨ ਲਈ ਵਗਾ ਕੇ ਪਾਣੀ ਵਿੱਚ ਸੁੱਟ ਦਿੱਤਾ ਤੇ ਆਪ ਹਾਥੀ ਉੱਤੇ ਅਸਵਾਰ ਹੋ ਕੇ ਘੁੰਮਣ ਘੇਰੀਆਂ ਖਾਂਦੇ ਦਰਿਆ ਵਿੱਚ ਠਿਲ ਪਿਆ। ਉਸ ਦੀ ਸੈਨਾ ਦੇ ਬਾਕੀ ਆਦਮੀ ਘੋੜਿਆਂ ਤੇ ਹੀ ਉਸ ਦੇ ਮਗਰ ਠਿਲ ਪਏ ਤੇ ਕੁਝ ਨੇ ਦਰਿਆ ਤਰ ਕੇ ਪਾਰ ਕੀਤਾ। ਕਬਾਇਲੀ ਪੰਜਾਬੀ ਸੈਨਾ ਦੇ ਗੁੱਸੇ ਦਾ ਮੁਕਾਬਲਾ ਨਾ ਕਰ ਸਕੇ। ਕਬਾਇਲੀਆਂ ਦੇ ਖੈਰਾਬਾਦ ਤੇ ਜਹਾਂਗੀਰਾਂ ਨਾਮ ਕਿਲਿਆਂ ਉੱਪਰ ਅਧਿਕਾਰ ਕਰ ਲਿਆ ਗਿਆ ਤੇ ਸੈਨਿਕਾਂ ਨੂੰ ਖਟਕ ਕਬੀਲਿਆਂ ਦੇ ਪਿੰਡ ਲੁੱਟਣ ਦੀ ਖੁੱਲ੍ਹ ਦੇ ਦਿੱਤੀ ਗਈ। ਫਿਰ ਵੀ ਜਦੋਂ ਉਹਨਾਂ ਦੇ ਮੁਖੀਏ ਫਿਰੋਜ਼ ਖਾਨ ਨੇ ਅਧੀਨਗੀ ਪ੍ਰਵਾਨ ਕਰ ਲਈ ਤਾਂ ਉਸ ਨੂੰ ਮਾਫ ਕਰਕੇ ਮੁੜ ਉੱਥੇ ਬਹਾਲ ਕਰ ਦਿੱਤਾ। ਇਸ ਤੋਂ ਪਿੱਛੋਂ ਸਿੱਖ ਸੈਨਾ ਪੇਸ਼ਾਵਰ ਵੱਲ ਵਧੀ। ਪੇਸ਼ਾਵਰ ਦੇ ਅਫਗਾਨ ਗਵਰਨਰ ਯਾਰ ਮੁਹੰਮਦ ਖਾਨ ਨੇ ਜਦੋਂ ਖਟਕਾਂ ਉੱਪਰ ਲਾਹੌਰ ਦਰਬਾਰ ਦੀ ਜਿੱਤ ਦੀ ਖਬਰ ਸੁਣੀ ਤਾਂ ਉਹ ਬਹੁਤ ਡਰ ਗਿਆ ਤੇ ਆਪਣੀਆਂ 14 ਵੱਡੀਆਂ ਤੋਪਾਂ ਤੇ ਜੰਗੀ ਸਾਜ਼ੋ ਸਮਾਨ ਪਿੱਛੇ ਛੱਡ ਕੇ ਸ਼ਹਿਰ ਚੋਂ ਨੱਸ ਗਿਆ। ਨਵੰਬਰ 1819 ਵਿੱਚ ਪੰਜਾਬੀ ਪਠਾਣਾਂ ਦੇ ਪ੍ਰਸਿੱਧ ਕਿਲੇ ਵਿੱਚ ਦਾਖਲ ਹੋ ਗਏ। ਅਫਗਾਨਾਂ ਤੇ ਪਠਾਣਾਂ ਦੀ ਰੀਤੀ ਤੇ ਆਦਤ ਦੇ ਉਲਟ ਜੋ ਸਦਾ ਹੀ ਉੱਤਰ ਭਾਰਤ ਦੇ ਸ਼ਹਿਰਾਂ ਤੇ ਕਸਬਿਆਂ ਨੂੰ ਲੁੱਟਦੇ ਰਹੇ ਸਨ, ਮਹਾਰਾਜੇ ਨੇ ਆਪਣੇ ਸੈਨਿਕਾਂ ਨੂੰ ਹੁਕਮ ਦੇ ਦਿੱਤਾ ਕਿ ਉਹ ਕਿਸੇ ਵੀ ਆਦਮੀ ਜਾਂ ਉਹਨਾਂ ਦੀ ਜਾਇਦਾਦ ਨੂੰ ਹੱਥ ਨਾ ਲਾਉਣ। ਅਗਲੀ ਸਵੇਰ ਉਹ ਹਾਥੀ ਤੇ ਅਸਵਾਰ ਹੋ ਕੇ ਬਾਜ਼ਾਰਾਂ ਵਿੱਚੋਂ ਦੀ ਲੰਘਿਆ। 800 ਸਾਲਾਂ ਵਿੱਚ ਪਹਿਲੀ ਵਾਰ ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਕੋਈ ਭਾਰਤੀ ਵਿਜੇਤਾ ਦੀ ਸਵਾਰੀ ਵੇਖੀ ਗਈ। ਜਹਾਂਦਾਦ ਖਾਂ, ਜਿਸ ਨੇ 5 ਸਾਲ ਪਹਿਲਾਂ ਦਰਬਾਰ ਨੂੰ ਅਟਕ ਦਾ ਕਿਲਾ ਸੌਂਪਿਆ ਸੀ, ਨੂੰ ਪੇਸ਼ਾਵਰ ਦਾ ਗਵਰਨਰ ਨਿਯੁਕਤ ਕਰ ਦਿੱਤਾ ਗਿਆ। ਪਰ ਜਿਉਂ ਹੀ ਪੰਜਾਬੀ ਫੌਜ ਉੱਥੋਂ ਵਾਪਸ ਆਈ ਤਾਂ ਦੋਸਤ ਮੁਹੰਮਦ ਨੇ, ਜੋ ਬਾਰਕਜ਼ਈ ਭਰਾਵਾਂ ਵਿੱਚੋਂ ਇੱਕ ਸੀ ਤੇ ਉਹ ਅਫਗਾਨ ਰੰਗਮੰਚ ਦਾ ਮੁੱਖ ਅਭਿਨੇਤਾ ਬਣ ਗਿਆ ਸੀ, ਉਸਨੇ ਜਹਾਂਦਾਦ ਖਾਂ ਨੂੰ ਕਾਬਲ ਵਿੱਚੋਂ ਕੱਢ ਦਿੱਤਾ। ਦੋਸਤ ਮੁਹੰਮਦ ਨੇ 1 ਲੱਖ ਰੁਪਏ ਸਾਲਾਨਾ ਖਰਾਜ ਦੇਣ ਤੇ ਮਹਾਰਾਜੇ ਦੀ ਪੇਸ਼ਾਵਰ ਉੱਪਰ ਪ੍ਰਭੁਤਾ ਸਵੀਕਾਰ ਕਰਨ ਦੀ ਪੇਸ਼ਕਸ਼ ਕੀਤੀ। ਦਰਬਾਰ ਨੇ ਪੇਸ਼ਕਸ਼ ਪ੍ਰਵਾਨ ਕਰ ਲਈ ਤੇ ਆਪਣੀ ਸੈਨਾ ਨੂੰ ਇੱਕ ਹੋਰ ਔਖੀ ਮੁਹਿੰਮ ਤੋਂ ਬਚਾ ਲਿਆ। ਜੁਲਾਈ 1819 ਵਿੱਚ ਕਸ਼ਮੀਰ ਉੱਪਰ ਜਿੱਤ। ਕਸ਼ਮੀਰ ਦਾ ਗਵਰਨਰ ਆਜ਼ਮ ਖਾਂ ਵਜ਼ੀਰ ਫਤਿਹ ਖਾਂ ਬਾਰਕਜ਼ਈ ਦਾ ਭਰਾ ਸੀ। ਉਹ ਵਜ਼ੀਰ ਦੇ ਕਤਲ ਦਾ ਬਦਲਾ ਲੈਣ ਅਫਗਾਨਿਸਤਾਨ ਚਲਾ ਗਿਆ ਤੇ ਆਪਣੇ ਛੋਟੇ ਭਰਾ ਜਵਾਰ ਖਾਨ ਨੂੰ ਵਾਦੀ ਦੀ ਰੱਖਿਆ ਕਰਨ ਲਈ ਥੋੜ੍ਹੀ ਜਿਹੀ ਫੌਜ ਦੇ ਕੇ ਪਿੱਛੇ ਛੱਡ ਗਿਆ। ਜਹਾਂਦਾਦ ਖਾਨ ਨੇ ਸੋਚਿਆ ਕਿ ਹਾਲਤ ਅਨੁਸਾਰ ਵਧੀਆ ਨੀਤੀ ਇਹੋ ਸੀ ਕਿ ਸਖਤੀ ਨਾਲ ਹੁਕੂਮਤ ਕੀਤੀ ਜਾਵੇ। ਉਸ ਦਾ ਗੈਰ ਮੁਸਲਮਾਨ ਕਸ਼ਮੀਰੀਆਂ ਨਾਲ ਸਲੂਕ ਬੜਾ ਸਖਤ ਸੀ ਤੇ ਬਹੁਤ ਸਾਰੇ ਹਿੰਦੂ ਕਸ਼ਮੀਰ ਘਾਟੀ ਛੱਡਣ ਲਈ ਮਜਬੂਰ ਹੋ ਗਏ ਸਨ। ਸ਼ਰਨਾਰਥੀ ਬਣਨ ਵਾਲਿਆਂ ਵਿੱਚ ਜਵਾਰ ਖਾਨ ਦਾ ਦੀਵਾਨ ਯਾਨੀ ਮਾਲ ਮੰਤਰੀ ਪੰਡਿਤ ਬੀਰਬਲ ਧਾਰਵੀ ਸੀ। ਉਹ ਲਾਹੌਰ ਆਪਣੇ ਦੇਸ਼ ਵਾਸੀਆਂ ਦੀ ਦੁਰਦਸ਼ਾ ਬਾਰੇ ਸ਼ਿਕਾਇਤ ਕਰਨ ਆਇਆ ਤੇ ਉਸਨੇ ਦਰਬਾਰ ਨੂੰ ਸਲਾਹ ਦਿੱਤੀ ਕਿ ਹੁਣ ਕਸ਼ਮੀਰ ਉੱਪਰ ਕਬਜ਼ਾ ਕਰਨ ਦਾ ਸਹੀ ਮੌਕਾ ਸੀ। ਪੰਜਾਬੀਆਂ ਨੇ ਪਹਿਲਾਂ ਹੀ ਕਸ਼ਮੀਰ ਨੂੰ ਅਫਗਾਨਿਸਤਾਨ ਨਾਲੋਂ ਵੱਖ ਕਰ ਦਿੱਤਾ ਹੋਇਆ ਸੀ ਤੇ ਉਹਨਾਂ ਦੇ ਕਬਜ਼ੇ ਅਧੀਨ ਉਹ ਸਾਰੇ ਦਰੇ ਤੇ ਰਸਤੇ ਸਨ ਜੋ ਜੇਲਮ ਘਾਟੀ ਵੱਲ ਜਾਂਦੇ ਸਨ। ਪੰਜਾਬ ਦੀ ਸੈਨਾ ਨੇ ਅਪ੍ਰੈਲ ਵਿੱਚ ਮਹਾਰਾਜੇ ਦੀ ਅਗਵਾਈ ਵਿੱਚ ਵਜ਼ੀਰਾਬਾਦ ਜਾ ਡੇਰੇ ਲਾਏ। ਰਣਜੀਤ ਸਿੰਘ ਆਪ ਮੁੱਢਲੇ ਅੱਡੇ ਜਾਂ ਪੜਾਅ ਵਾਲੇ ਡੇਰੇ ਤੇ ਰਸਦ ਪਾਣੀ ਤੇ ਜੰਗੀ ਸਮਾਨ ਦਾ ਅੱਗੇ ਜਾ ਰਹੇ ਦਸਤਿਆਂ ਲਈ ਪ੍ਰਬੰਧ ਕਰਨ ਲਈ ਠਹਿਰ ਗਿਆ। ਬਾਕੀ ਦੀ ਸੈਨਾ ਰਜੌਰੀ ਪਹੁੰਚ ਗਈ, ਜਿੱਥੇ ਇਸ ਨੂੰ 2 ਭਾਗਾਂ ਵਿੱਚ ਵੰਡ ਦਿੱਤਾ ਗਿਆ। ਇੱਕ ਦਸਤਾ ਮਿਸਰ ਦੀਵਾਨ ਚੰਦ ਦੇ ਅਧੀਨ ਸੀ ਤੇ ਦੂਸਰਾ ਰਾਜਕੁਮਾਰ ਖੜਕ ਸਿੰਘ ਦੇ ਅਧੀਨ ਸੀ। ਉਹਨਾਂ ਨੇ ਸੰਨੀਵਾਂ ਅੱਗੇ ਸ਼ੌਂਪੀਆ ਦੇ ਸਥਾਨ 'ਤੇ ਮਿਲਣਾ ਸੀ, ਜਿੱਥੇ ਉਹਨਾਂ ਦੀ ਅਫਗਾਨਾਂ ਨਾਲ ਟੱਕਰ ਹੋਣ ਦੀ ਉਮੀਦ ਸੀ। ਰਜੌਰੀ ਵਿੱਚ ਇੱਕਾ ਦੁੱਕਾ ਤੇ ਕਿਤੇ ਲੜਾਈ ਸ਼ੁਰੂ ਹੋ ਗਈ ਤੇ ਉੱਥੋਂ ਦਾ ਰਾਜਾ ਧੋਖਾ ਦੇ ਕੇ ਅਫਗਾਨਾਂ ਨਾਲ ਜਾ ਮਿਲਿਆ। ਭਿੰਬਰ ਦੇ ਰਾਜੇ ਨੇ ਦਰਬਾਰ ਦੀਆਂ ਫੌਜਾਂ ਨੂੰ ਰਸਤੇ ਦੀ ਜਾਣਕਾਰੀ ਦਿੱਤੀ ਤੇ ਖੜਕ ਸਿੰਘ ਦੀਆਂ ਫੌਜਾਂ ਬਿਨਾਂ ਕਿਸੇ ਮੁਸ਼ਕਲ ਦੇ ਬਹਿਰਾਮ ਗੋਲਾ ਰਾਹੀਂ ਅੱਗੇ ਵਧੀਆਂ। ਦੂਸਰੇ ਪਾਸਿਓਂ ਦੀਵਾਨ ਚੰਦ ਪੀਰ ਪੰਜਾਲ ਦੀਆਂ ਪਹਾੜੀਆਂ ਲੰਘ ਕੇ ਆਇਆ ਤੇ ਦੋਵੇਂ ਦਸਤੇ ਇੱਕ ਦੂਸਰੇ ਦੇ ਸਾਹਮਣੇ ਆ ਗਏ, ਜਿੱਥੇ ਜਵਾਰ ਖਾਨ ਸ਼ੌਂਪੀਆ ਦੇ ਅਸਥਾਨ 'ਤੇ 12,000 ਅਫਗਾਨਾਂ ਨਾਲ ਯੁੱਧ ਲਈ ਤਿਆਰ ਬੈਠਾ ਸੀ। ਦੀਵਾਨ ਚੰਦ ਨੇ ਆਪਣੀ ਸੈਨਾ ਨੂੰ ਕੁਝ ਦਿਨਾਂ ਲਈ ਆਰਾਮ ਕਰ ਲੈਣ ਦੀ ਆਗਿਆ ਦੇ ਦਿੱਤੀ। ਜਦੋਂ ਉਹਦੇ ਆਦਮੀ ਤਾਜ਼ਾ ਦਮ ਹੋ ਗਏ ਤਾਂ ਉਸਨੇ ਚੁੱਪਚਾਪ ਅਫਗਾਨਾਂ ਨੂੰ ਘੇਰਾ ਪਾ ਲਿਆ।
ਸ਼ੌਂਪੀਆਂ ਦੀ ਲੜਾਈ 3 ਜੁਲਾਈ 1819 ਨੂੰ ਸਵੇਰ ਵੇਲੇ ਲੜੀ ਗਈ। ਪੰਜਾਬੀਆਂ ਦੀ ਤੋਪਖਾਨੇ ਵਿੱਚ ਪ੍ਰਮੁੱਖਤਾ ਨੇ ਅਫਗਾਨਾਂ ਨੂੰ ਨਜ਼ਦੀਕ ਤੋਂ ਹਮਲਾ ਕਰਨ ਲਈ ਮਜਬੂਰ ਕਰ ਦਿੱਤਾ। ਉਹਨਾਂ ਨਾਲ ਅੱਗੋਂ ਨਿਹੰਗਾਂ ਨੇ ਟੱਕਰ ਲਈ। ਅਫਗਾਨਾਂ ਨੂੰ ਪਿੱਛੇ ਧੱਕ ਦਿੱਤਾ ਗਿਆ ਤੇ ਮੈਦਾਨ ਵਿੱਚੋਂ ਪਹਾੜੀਆਂ ਵੱਲ ਭੱਜ ਗਏ। ਜ਼ਬਾਰ ਖਾਨ ਸਖਤ ਜ਼ਖਮੀ ਹੋ ਗਿਆ ਤੇ ਮਸਾਂ ਹੀ ਆਪਣੀ ਜਾਨ ਬਚਾ ਕੇ ਦੌੜ ਸਕਿਆ। ਸ਼ੌਂਪੀਆਂ ਦੀ ਜਿੱਤ ਦੇ ਇੱਕ ਦਿਨ ਪਿੱਛੋਂ ਖੜਕ ਸਿੰਘ ਤੇ ਮਿਸਰ ਦੀਵਾਨ ਚੰਦ ਸ਼੍ਰੀਨਗਰ ਵਿੱਚ ਦਾਖਲ ਹੋਏ। ਕਸ਼ਮੀਰ ਰਣਜੀਤ ਦੀ ਮਹੱਤਵਪੂਰਨ ਜਿੱਤ ਸੀ। 70 ਲੱਖ ਸਾਲਾਨਾ ਮਾਮਲੇ ਤੋਂ ਬਿਨਾਂ ਇਸ ਦੀ ਪ੍ਰਾਪਤੀ ਨਾਲ ਰਾਜ ਦੀਆਂ ਹੱਦਾਂ ਤਿੱਬਤ ਤੇ ਚੀਨ ਤੱਕ ਫੈਲ ਗਈਆਂ। ਦੀਵਾਨ ਮੋਤੀ ਰਾਮ ਨੂੰ ਕਸ਼ਮੀਰ ਦਾ ਗਵਰਨਰ ਨਿਯੁਕਤ ਕੀਤਾ ਗਿਆ। ਡੇਰਾ ਗਾਜ਼ੀ ਖਾਂ ਹਜ਼ਾਰਾ ਤੇ ਮਨਕੇਰਾ ਫਰਵਰੀ 1820 ਈਸਵੀ ਨੂੰ ਮਹਾਰਾਜੇ ਨੇ ਦੱਖਣ ਪੱਛਮੀ ਪੰਜਾਬ ਦਾ ਦੌਰਾ ਕੀਤਾ। ਉਸ ਦਾ ਪਹਿਲਾ ਲੰਬਾ ਪੜਾਅ ਮੁਲਤਾਨ ਸੀ, ਜਿੱਥੇ ਉਸਨੇ ਆਪਣੇ ਮਰਹੂਮ ਦੁਸ਼ਮਣ ਦੀ ਕਬਰ ਤੇ ਉਸ ਨੂੰ ਸ਼ਰਧਾਂਜਲੀ ਭੇਂਟ ਕੀਤੀ। ਮੁਲਤਾਨ ਤੋਂ ਜਮਾਦਾਰ ਖੁਸ਼ਹਾਲ ਸਿੰਘ ਡੇਰਾ ਗਾਜ਼ੀ ਖਾਂ ਵੱਲ ਅੱਗੇ ਵਧਿਆ। ਉਸਨੇ ਨਵਾਬ ਨੂੰ ਉੱਥੋਂ ਕੱਢ ਦਿੱਤਾ, ਜੋ ਸਦਾ ਹੀ ਅਫਗਾਨਾਂ ਦਾ ਸਾਥ ਦਿੰਦਾ ਰਿਹਾ ਸੀ। ਡੇਰਾ ਗਾਜ਼ੀ ਖਾਂ ਨਵਾਬ ਬਹਾਵਲਪੁਰ ਨੂੰ 3 ਲੱਖ ਸਾਲਾਨਾ ਕਰ ਦੀ ਅਦਾਇਗੀ ਬਦਲੇ ਸੌਂਪ ਦਿੱਤਾ ਗਿਆ। ਮਹਾਰਾਜਾ ਦੱਖਣ ਦੀਆਂ ਦੂਸਰੀਆਂ ਰਿਆਸਤਾਂ ਉੱਪਰ ਹਜ਼ਾਰੇ ਵਿੱਚ ਵੱਡੀ ਪੱਧਰ ਤੇ ਗੜਬੜ ਹੋਣ ਕਾਰਨ ਜਿੱਤ ਦਾ ਕੰਮ ਪੂਰਾ ਨਾ ਕਰ ਸਕਿਆ। ਇਹ ਖੇਤਰ ਕਸ਼ਮੀਰ ਨਾਲ ਸੰਬੰਧਿਤ ਸੀ, ਪਰ ਜਦ ਤੋਂ ਘਾਟੀ ਉੱਪਰ ਦਰਬਾਰ ਦਾ ਅਧਿਕਾਰ ਹੋ ਗਿਆ ਸੀ, ਹਜ਼ਾਰੇ ਦੇ ਕਬੈਲੀ ਬੇਕਾਬੂ ਹੋ ਗਏ ਸਨ। ਉਹਨਾਂ ਨੂੰ ਸਿੱਧੇ ਕਰਨ ਲਈ ਕਈ ਮਹੀਨੇ ਲੱਗ ਗਏ ਤੇ ਸ਼ਾਂਤੀ ਸਥਾਪਿਤ ਕਰਨ ਵਿੱਚ ਰਾਮ ਦਿਆਲ ਸਮੇਤ ਕਈ ਜਾਨਾਂ ਗਵਾਉਣੀਆਂ ਪਈਆਂ। ਇਹਨਾਂ ਦੰਡਾਤਮਕ ਮੁਹਿੰਮਾਂ ਦੇ ਬਾਵਜੂਦ ਤੇ ਪੰਜਾਬੀਆਂ ਵੱਲੋਂ ਕਿਲ੍ਹਿਆਂ ਦੀ ਇੱਕ ਨਿਰੰਤਰ ਲੜੀ ਬਣਾਉਣ ਦੇ ਬਾਅਦ ਵੀ ਲਾਹੌਰ ਦਰਬਾਰ ਲਈ ਕਬਾਇਲੀਆਂ ਵਿੱਚ ਸ਼ਾਂਤੀ ਦੀ ਸਥਾਪਨਾ ਇੱਕ ਸਮੱਸਿਆ ਹੀ ਬਣੀ ਰਹੀ। 1821 ਦੀ ਪਤਝੜ ਵਿੱਚ ਮਹਾਰਾਜੇ ਨੇ ਆਪਣੀ ਸੱਸ ਸਦਾ ਕੌਰ ਦੀ ਜਗੀਰ ਜ਼ਬਤ ਕਰਨ ਦਾ ਹੁਕਮ ਦੇ ਦਿੱਤਾ। ਬਟਾਲਾ ਸ਼ੇਰ ਸਿੰਘ ਨੂੰ, ਜੋ ਸਦਾ ਕੌਰ ਦਾ ਦੋਤਰਾ ਤੇ ਮਹਿਤਾਬ ਕੌਰ ਦਾ ਪੁੱਤਰ ਸੀ, ਜਗੀਰ ਦੇ ਰੂਪ ਵਿੱਚ ਦੇ ਦਿੱਤਾ ਗਿਆ ਤੇ ਬਾਕੀ ਦਾ ਇਲਾਕਾ ਕਾਂਗੜੇ ਵਿੱਚ ਮਿਲਾ ਦਿੱਤਾ ਗਿਆ। ਸਦਾ ਕੌਰ, ਜੋ ਬਰਤਾਨਵੀ ਇਲਾਕੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੀ ਸੀ, ਗ੍ਰਿਫਤਾਰ ਕਰ ਲਈ ਗਈ। ਮਹਾਰਾਜੇ ਦੀ ਨਿਗਰਾਨੀ ਵਿੱਚ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਉਹ ਦਸੰਬਰ 1832 ਈਸਵੀ ਵਿੱਚ ਮਰ ਗਈ। ਨਵਾਬ ਹਾਫਿਜ਼ ਅਹਿਮਦ ਖਾਂ ਮਨਕੇਰਾ ਦੀ ਰਿਆਸਤ ਸਿੰਧ ਦਰਿਆ ਦੇ ਦੋਹਾਂ ਕਿਨਾਰਿਆਂ 'ਤੇ ਸੀ। ਇਸ ਵਿੱਚ ਲਈਆ, ਪੱਖਰ ਤੇ ਡੇਰਾ ਇਸਮਾਈਲ ਖਾਂ ਦੇ ਮਸ਼ਹੂਰ ਸ਼ਹਿਰ ਸ਼ਾਮਲ ਸਨ। ਦਰਿਆ 'ਤੇ ਰਸਤੇ ਵਪਾਰ ਕਾਫੀ ਹੁੰਦਾ ਸੀ ਤੇ ਉਸ ਦੀ ਰਿਆਸਤ ਰਾਹੀਂ ਫਾਰਸ, ਈਰਾਨ ਤੇ ਬਲੋਚਿਸਤਾਨ ਤੋਂ ਆਉਣ ਵਾਲੇ ਕਾਫਲੇ ਭਾਰਤ ਨੂੰ ਇਸ ਰਸਤਿਓਂ ਹੀ ਲੰਘਦੇ ਸਨ। ਵੀਰਾਨ ਇਲਾਕਾ ਹੋਣ 'ਤੇ ਵੀ ਮਨਕੇਰਾ ਦੀ ਸਾਲਾਨਾ ਆਮਦਨੀ 10 ਲੱਖ ਰੁਪਏ ਹੁੰਦੀ ਸੀ। ਇਸ ਦੀ ਰਾਜਸੀ ਮਹੱਤਤਾ ਵੀ ਬਹੁਤ ਜ਼ਿਆਦਾ ਸੀ। ਉਸ ਖੇਤਰ ਦੇ ਹੋਰ ਮੁਸਲਮਾਨ ਹਾਕਮਾਂ ਵਾਂਗ ਨਵਾਬ ਵੀ ਸੁਤੰਤਰ ਹੋ ਗਿਆ ਸੀ ਤੇ ਜਦੋਂ ਹਾਲਾਤ ਤੋਂ ਮਜਬੂਰ ਹੋ ਜਾਂਦਾ ਸੀ ਤਾਂ ਉਹ ਵੀ ਉਹਨਾਂ ਵਾਂਗ ਲਾਹੌਰ ਨਾਲੋਂ ਕਾਬਲ ਨੂੰ ਖਰਾਜ ਅਦਾ ਕਰਨ ਨੂੰ ਪਹਿਲ ਦਿੰਦਾ। ਅਕਤੂਬਰ 1821 ਈਸਵੀ ਵਿੱਚ ਮਹਾਰਾਜੇ ਨੇ ਜ਼ਿਲਮ ਪਾਰ ਕੀਤਾ ਤੇ ਉਹ ਖੁਸ਼ਾਬ ਵਿੱਚ ਦਾਖਲ ਹੋਇਆ। ਟਿਵਾਣਾ ਸਰਦਾਰ ਅਹਿਮਦ ਯਾਰ ਵੀ ਆਪਣੇ ਕੋਟ ਸਵਾਰਾਂ ਨਾਲ ਮਹਾਰਾਜੇ ਨੂੰ ਆ ਮਿਲਿਆ। ਉਹਨਾਂ ਦੇ ਮਗਰ ਮਿਸਰ ਦੀਵਾਨ ਚੰਦ ਤੇ ਹਰੀ ਸਿੰਘ ਨਲਵਾ ਆਪਣੀਆਂ ਫੌਜਾਂ ਲੈ ਕੇ ਆ ਗਏ। ਪੱਖਰ ਦੇ ਕਿਲੇ ਤੇ ਗੋਲੀ ਚਲਾਏ ਬਿਨਾਂ ਹੀ ਅਧਿਕਾਰ ਹੋ ਗਿਆ। ਰਣਜੀਤ ਸਿੰਘ ਆਪ ਪੱਖਰ ਰੁਕ ਗਿਆ ਤੇ ਦੂਸਰੀਆਂ ਦੋਵੇਂ ਫੌਜਾਂ ਵੱਖ-ਵੱਖ ਪਾਸੇ ਭੇਜ ਦਿੱਤੀਆਂ। 15,000 ਸੈਨਿਕਾਂ ਦੀ ਇੱਕ ਫੌਜ ਦਲ ਵਿੱਚ ਪੜਾਣੀਆਂ ਤੇ ਖੁਸ਼ਹਾਲ ਸਿੰਘ ਦੀ ਅਗਵਾਈ ਵਿੱਚ ਡੇਰਾ ਇਸਮਾਈਲ ਖਾਂ ਵਿਰੁੱਧ ਭੇਜ ਦਿੱਤੀ ਗਈ। ਨਵਾਬ ਦੀ ਸੈਨਾ ਨੇ ਥੋੜ੍ਹੀ ਜਿਹੀ ਵਿਰੋਧਤਾ ਕਰਨ ਪਿੱਛੋਂ ਹਥਿਆਰ ਸੁੱਟ ਦਿੱਤੇ। ਮਿਸਰ ਦੀਵਾਨ ਚੰਦ ਦੀ ਅਗਵਾਈ ਵਿੱਚ ਦੂਸਰੀ ਫੌਜ ਲਈਆ ਵਿੱਚੋਂ ਲੰਘੀ ਤੇ ਫਿਰ ਤਿੰਨੇ ਸੈਨਾਵਾਂ ਇਕੱਠੀਆਂ ਹੋ ਗਈਆਂ ਤੇ ਮਨਕੇਰਾ ਉੱਪਰ ਚੜ੍ਹਾਈ ਕਰ ਦਿੱਤੀ। ਮਨਕੇਰਾ ਇੱਕ ਮਾਰੂ ਥਲ ਦੇ ਵਿਚਕਾਰ ਸਥਿਤ ਸੀ ਤੇ ਮੀਲਾਂ ਤੱਕ ਵੀ ਕਿਧਰੇ ਪਾਣੀ ਦਾ ਕੋਈ ਤਾਲਾਬ ਜਾਂ ਟੋਭਾ ਨਹੀਂ ਸੀ। ਨਵਾਬ ਇਸ ਆਸ ਵਿੱਚ ਸੀ ਕਿ ਉਹ ਘੇਰਨ ਵਾਲਿਆਂ ਕੋਲੋਂ ਪਾਣੀ ਮੁੱਕ ਜਾਣ ਤੱਕ ਟਾਕਰਾ ਕਰਦਾ ਰਹੇ, ਪਰ ਦਰਬਾਰ ਦੇ ਸੈਨਿਕਾਂ ਨੇ 3 ਦਿਨਾਂ ਵਿੱਚ ਹੀ ਪਾਣੀ ਪੀਣ ਲਈ ਖੂਹ ਪੁੱਟ ਲਏ। ਇਹ ਘੇਰਾ ਇੱਕ ਪੰਦਰਵਾੜਾ ਹੀ ਚੱਲਿਆ। ਨਵਾਬ ਨੇ ਦਰਬਾਰ ਦੀ ਡੇਰਾ ਇਸਮਾਈਲ ਖਾਂ ਵਿੱਚ ਸੁਰੱਖਿਅਤ ਰਿਹਾਇਸ਼ ਦੀ ਤੇ ਜਾਗੀਰ ਦੀ ਪੇਸ਼ਕਸ਼ ਪ੍ਰਵਾਨ ਕਰ ਲਈ ਤੇ ਅਸਲਾਖਾਨੇ ਸਮੇਤ ਕਿਲ੍ਹਾ ਸੌਂਪ ਦਿੱਤਾ। ਮਨਕੇਰਾ ਫਤਿਹ ਹੋਣ ਨਾਲ ਜੇਹਲਮ ਤੇ ਸਿੰਧ ਸਾਗਰ ਦਾ ਵਿਸ਼ਾਲ ਖੇਤਰ ਸਿੰਧ ਸਾਗਰ ਦੁਆਬਾ ਪੰਜਾਬ ਵਿੱਚ ਸ਼ਾਮਲ ਕਰ ਲਿਆ ਗਿਆ। ਬਾਕੀ ਅਗਲੇ ਕਾਂਡ 16 ਵਿੱਚ। ਧੰਨਵਾਦ।